ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਰਬੱਤ ਸੰਗਤ ਨੂੰ ਜੀਵਾਇਆ। ਸਤਿਗੁਰੂ ਗਰੀਬ ਨਵਾਜ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਆਪ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਪਾਵਨ ਬਖਸ਼ਿਸ਼ ਰਾਗ ਧਨਾਸਰੀ ਮਹੱਲਾ ਪੰਜਵਾਂ 671 ਅੰਗ ਤੇ ਇਹ ਪਾਵਨ ਸ੍ਰੀ ਮੁਖ ਵਾਕ ਸੁਭਾਇਮਾਨ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੁਣ ਸੁਜਾਨੇ। ਨਿਰੰਕਾਰ ਸਭ ਤੋਂ ਸਿਆਣਾ ਹੈ। ਨਿਰੰਕਾਰ ਕੁਛ ਵੀ ਭੁੱਲਦਾ ਨਹੀਂ। ਨਿਰੰਕਾਰ ਜੀਵਨ ਦਾ ਦਾਤਾ ਹੈ ਤੇ ਦਾਤਾਂ ਦਾ ਖਜ਼ਾਨਾ ਹੈ। ਕੋਈ ਮਨੁੱਖ ਇੱਕ ਚੰਗਿਆਈ ਕਰ ਦੇਵੇ, ਵਾਰ-ਵਾਰ ਉਹਦਾ ਜ਼ਿਕਰ ਕਰਦਾ ਹੈ। ਸਤਿਗੁਰੂ ਕਹਿੰਦੇ ਨੇ, ਜੇ ਕੋਈ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਬਫਾਵੈ, ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ। ਪਰ ਮਨੁੱਖ ਦਾ ਸੁਭਾਅ ਨਿਰੰਕਾਰ ਵਰਗਾ ਨਹੀਂ ਹੈ। ਸਤਿਗੁਰੂ ਕਬੀਰ ਜੀ ਕਹਿੰਦੇ, ਕਬੀਰ ਜੈਸੀ ਉਪਜੀ ਪੇੜ ਤੇ, ਸੋ ਤੈਸੀ ਨਿਭ ਹੈ ਓੜ। ਇੱਕ ਬੀਜ ਬੀਜਿਆ ਜਾਂਦਾ ਹੈ। ਫਰਜ਼ ਕਰੋ ਕਣਕ ਦਾ ਬੀਜ ਬੀਜਿਆ ਗਿਆ, ਪੌਦਾ ਵੱਡਾ ਹੋਇਆ ਤੇ ਸਿੱਟੇ ਲੱਗੇ, ਸਿੱਟੇ ਪੱਕ ਗਏ। ਉਹਨਾਂ ਸਿੱਟਿਆਂ ਦੇ ਵਿੱਚੋਂ ਜਿਹੜੀ ਕਣਕ ਬੀਜੀ ਸੀ, ਉਹਦੇ ਵਰਗੀ ਕਣਕ ਉਗਰੇਗੀ, ਉਹਦੇ ਵਰਗੀ ਕਣਕ ਉਹਦੇ ਵਿੱਚੋਂ ਪੈਦਾ ਹੋਵੇਗੀ। ਪਰ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ, ਉਹਦੇ ਵਰਗਾ ਸੁਭਾਅ ਕਿਉਂ ਨਹੀਂ ਹੈ? ਕਿਉਂਕਿ ਉਹਦੇ ਨਾਲ ਜੋੜ ਨਹੀਂ ਹੈ। ਮਨੁੱਖ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੋਂ ਹਟ ਕਰਕੇ ਖਤਮ ਹੋਣ ਵਾਲੇ ਨਾਸ਼ਵੰਤ ਸੰਸਾਰ ਦੀ ਹੋਂਦ ਨੂੰ ਕਬੂਲਣ ਲੱਗ ਪਿਆ। ਇਹੀ ਕਾਰਨ ਹੈ, ਦੂਸਰਾ ਕੋਈ ਕਾਰਨ ਨਹੀਂ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਇਹ ਸਰੀਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੈ, ਤੇ ਇਸ ਸਰੀਰ ਦੇ ਅੰਦਰ ਜਿਹੜੀ ਜੋਤ ਰੱਖੀ ਹੈ, ਉਹ ਨਿਰੰਕਾਰ ਦਾ ਸਰੂਪ ਹੈ, ਉਹਦੀ ਬਖਸ਼ਿਸ਼ ਹੈ। ਸਤਿਗੁਰੂ ਕਹਿੰਦੇ ਨੇ, ਖਾਕ ਨੂਰ ਕਰਦੰ ਆਲਮ ਦੁਨੀਆਏ। ਪੂਰੀ ਦੁਨੀਆ, ਜਿਤਨੇ ਜੀਵ ਨੇ, ਸਭਨਾਂ ਦੇ ਅੰਦਰ ਨਿਰੰਕਾਰ ਦੀ ਜੋਤ ਹੈ ਤੇ ਸਾਰੇ ਮਿੱਟੀ ਹੈ। ਮਾਟੀ ਮੈਂ ਜੋਤ ਰੱਖੀ ਨਿਵਾਜ, ਖਾਕ ਨੂਰ ਕਰਦੰ। ਪਰਸ਼ੀਅਨ ਦੇ ਵਿੱਚ ਖਾਕ ਮਿੱਟੀ ਨੂੰ ਕਹਿੰਦੇ ਨੇ। ਕਹਿਣ ਲੱਗੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਉਹਨੇ ਜੋਤ ਪਾ ਦਿੱਤੀ
ਇਹਨੂੰ ਰਵਿਦਾਸ ਜੀ ਇਸ ਤਰ੍ਹਾਂ ਕਹਿੰਦੇ ਨੇ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਪੂਤਲਾ ਮਿੱਟੀ ਦਾ ਹੀ ਹੈ। ਇਹਨੂੰ ਕਬੀਰ ਜੀ ਕਹਿੰਦੇ ਨੇ, ਕਬੀਰਾ ਧੂਰ ਸਕੇਲ ਕਹਿ ਪੁਰੀਆ ਬਾਂਦੀ ਦੇ। ਕਹਿਣ ਲੱਗੇ ਮਿੱਟੀ ਇਕੱਠੀ ਕਰਕੇ ਨਾ, ਧੂਲ ਦਾ ਭਾਵ ਹੈ ਧੂੜ, ਮਿੱਟੀ ਮਿੱਟੀ ਇਕੱਠੀ ਕਰਕੇ ਇੱਕ ਪੁੜੀ ਬੰਨ੍ਹ ਦਿੱਤੀ। ਉਸ ਪੁੜੀ ਦੇ ਅੰਦਰ ਜੋਤ ਰੱਖ ਦਿੱਤੀ। ਹੁਣ ਇਹ ਮਿੱਟੀ ਦੀ ਪੁੜੀ ਵੇਖਦੀ ਹੈ, ਹੱਸਦੀ ਹੈ, ਬੋਲਦੀ ਹੈ, ਨੱਚਦੀ ਟੱਪਦੀ ਹੈ, ਕਿਰਿਆ ਕਰਦੀ ਹੈ ਮਿੱਟੀ। ਮਾਣ ਕਰਦੀ ਹੈ, ਅਹੰਕਾਰ ਕਰਦੀ ਹੈ, ਕੀਤੇ ਦਾ ਗੁਮਾਨ ਕਰਦੀ ਹੈ, ਅੰਦਰ ਹਉਮੈ ਰੱਖਦੀ ਹੈ ਮਿੱਟੀ। ਇਹ ਮਿੱਟੀ ਜਿਤਨੀ ਦੇਰ ਤੱਕ ਜੋਤ ਨਾਲ ਇਹਦਾ ਸੰਬੰਧ ਰਹਿੰਦਾ ਹੈ, ਜੋਤ ਇਹਦੇ ਅੰਦਰ ਰਹਿੰਦੀ ਹੈ, ਉਤਨੀ ਦੇਰ ਤੱਕ ਇਹ ਮਿੱਟੀ ਗੁਮਾਨ ਕਰਦੀ ਹੈ। ਗੁਮਾਨ ਕਿੰਨਾ? ਇਹ ਮਿੱਟੀ ਮਾਣ ਦੇ ਵਿੱਚ ਆ ਕੇ ਉਹ ਬੋਲ ਜਾਂਦੀ ਹੈ ਜਿਹੜੇ ਇਹਦੇ ਵੱਸ ਵਿੱਚ ਵੀ ਨਹੀਂ। ਐਸੇ ਦਾਅਵੇ ਕਰ ਜਾਂਦੀ ਹੈ ਜਿਹੜੇ ਦਾਅਵੇ ਬੇਬੁਨਿਆਦ ਹੁੰਦੇ ਨੇ। ਮੈਂ ਦੇਖਿਆ, ਸੁਣਿਆ ਤੇ ਬੜੇ ਵਾਰ ਇਸ ਬਾਤ ਨੂੰ ਮਹਿਸੂਸ ਵੀ ਕੀਤਾ ਹੈ। ਇਹ ਮਿੱਟੀ ਦੇ ਅੰਦਰ ਇੱਕ ਹਉਮੈ ਨਾਂ ਦੀ ਹਵਾ ਭਰੀ ਹੋਈ ਹੈ। ਹਉਮੈ ਦੀ ਹਵਾ ਅੰਦਰ ਇਹ ਮਿੱਟੀ ਧਰਤੀ ਤੇ ਪੈਰ ਹੀ ਨਹੀਂ ਲਾਉਂਦੀ। ਇਹ ਮਿੱਟੀ ਪਿੱਛੇ ਲੜਦੀ ਹੈ। ਸਤਿਗੁਰੂ ਕਹਿੰਦੇ ਨੇ, ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਆਂ। ਜਦੋਂ ਕਿਤੇ ਗੁਮਾਨ ਦੇ ਵਿੱਚ ਆਉਂਦੀ ਹੈ ਮਿੱਟੀ, ਹਵਾ ਚ ਆਉਂਦੀ ਹੈ, ਫਿਰ ਇਹ ਮਿੱਟੀ ਉਹ ਬੋਲਦੀ ਹੈ, ਭਾਵੇਂ ਕੋਈ ਲੱਖਾਂ ਲੋਕੀ ਰੋਕਣ ਵਾਲੇ ਹੋਣ, ਨਹੀਂ ਰੁਕਦੀ। ਕੋਈ ਕਿਸੇ ਦੇ ਨਾਲ ਥੋੜੀ ਬਾਤ ਪਿੱਛੇ ਝਗੜਾ ਹੋ ਗਿਆ, ਭਰਾ ਸਮਝਾਉਂਦੇ ਨੇ, ਇਹ ਮਿੱਟੀ ਨਹੀਂ ਸਮਝਦੀ। ਮਾਂ ਸਮਝਾਉਂਦੀ ਹੈ, ਪਿਤਾ ਰੋਕਦਾ ਹੈ, ਘਰਵਾਲੀ, ਬੱਚੇ ਰੋਕਦੇ ਨੇ, ਪਰ ਉਹਨੂੰ ਇੱਦਾਂ ਹੁੰਦਾ ਵੀ ਇਹ ਬਾਤ ਮੈਨੂੰ ਕਹਿ ਕਿਉਂ ਦਿੱਤੀ, ਇਹ ਹੈ ਕੀ, ਮੇਰੇ ਸਾਹਮਣੇ ਕੀ ਹੈ। ਇੰਨਾ ਹੰਕਾਰ ਕਿੱਥੋਂ ਆਇਆ ਹੈ? ਸਤਿਗੁਰੂ ਪਾਵਨ ਬਾਣੀ ਅੰਦਰ ਕਹਿੰਦੇ ਨੇ, ਕਹਿੰਦੇ ਕਹਾਂ ਨਰ ਗਰਭਸ ਥੋੜੀ ਬਾਤ। ਕਹਿੰਦੇ ਥੋੜਾ ਜਿਹਾ ਸਮਾਂ ਹੈ, ਮਿੱਟੀ ਦੀ ਪੁੜੀ ਬੰਨੀ ਹੈ, ਕਾਹਦਾ ਹੰਕਾਰ ਹੈ। ਕਹਾਂ ਨਰ ਗਰਭਸ ਥੋੜੀ ਬਾਤ। ਗਰਭ ਕਹਿੰਦੇ ਨੇ ਅਹੰਕਾਰ ਨੂੰ। ਥੋੜੀ ਜੀ ਗੱਲ ਦਾ ਕੀ ਗੁਮਾਨ ਕਰਦਾ ਹੈ। ਮਨ ਦਸ ਨਾਜ, 10 ਕੁ ਮਣ ਅਨਾਜ ਪਿਆ ਤੇਰੇ ਘਰੇ, ਡਰਮਾਂ ਦੇ ਵਿੱਚ ਸਟੋਰ ਕਰਕੇ ਰੱਖਿਆ। ਟਕਾ 4 ਗੰਠੀ, ਟਕੇ ਕਹਿੰਦੇ ਨੇ ਰੁਪਈਆਂ ਨੂੰ, ਕੁਛ ਬੈਂਕ ਬੈਲੈਂਸ ਹੈ। ਐਂਡੋ ਟੇਢੋ ਜਾਤ, ਇਸੇ ਕਰਕੇ ਹਰ ਇੱਕ ਬਾਤ ਤੂੰ ਮੜਕ ਦੇ ਵਿੱਚ ਕਰਦਾ ਹੈ। ਹਰ ਇੱਕ ਬਾਤ ਆਕੜ ਕੇ ਕਰਦਾ ਹੈ, ਕਿਸੇ ਦੀ ਗੱਲ ਨਹੀਂ ਸੁਣਦਾ। ਅਹੰਕਾਰ ਦੀ ਇੱਕ ਨਿਸ਼ਾਨੀ ਦੱਸਾਂ, ਅਹੰਕਾਰ ਕਹਿ ਕੇ ਖੁਸ਼ ਹੈ, ਸੁਣ ਕੇ ਨਹੀਂ। ਅਹੰਕਾਰੀ ਮਨੁੱਖ ਦੀ ਨਿਸ਼ਾਨੀ ਹੈ
ਅਹੰਕਾਰੀ ਕਿਸੇ ਦੀ ਗੱਲ ਨਹੀਂ ਸੁਣਦਾ, ਉਹ ਆਪਣੀ ਗੱਲ ਨੂੰ ਮੁੱਖ ਰੱਖਦਾ ਹੈ। ਇਹ ਨਿਸ਼ਾਨੀ ਹੈ। ਭਾਵੇਂ ਉਹ ਲੱਖ ਵਾਰ ਕਵੇ ਮੈਂ ਤੇ ਜੀ ਗੁਰਮੁਖ ਪਿਆਰਾ ਹਾਂ, ਮੈਂ ਤੇ ਬਾਣੀ ਪੜ੍ਹਦਾ ਹਾਂ, ਮੈਂ ਤੇ ਗੁਰੂ ਘਰ ਦਾ ਸੇਵਾਦਾਰ ਹਾਂ, ਮੈਂ ਤਾਂ ਜੀ ਉਹਦਾ ਮਿਲਿਆ ਪ੍ਰਮਾਤਮਾ ਦੀ ਮੌਜ ਹੈ, ਉਹਦਾ ਤਰਸ ਹੈ, ਪਰ ਗੱਲ ਆਪਣੀ ਮਨਵਾਉਂਦਾ ਹੈ। ਇਹਦਾ ਮਤਲਬ ਕੀ ਹੈ? ਅੰਦਰ ਹਉਮੈ ਹੈ, ਕਿਉਂਕਿ ਹਉਮੈ ਕਿਸੇ ਨੂੰ ਕਹਿ ਕੇ ਖੁਸ਼ ਹੁੰਦਾ ਹੈ, ਸੁਣ ਕੇ ਨਹੀਂ। ਦੂਸਰੀ ਬੇਨਤੀ, ਅਹੰਕਾਰ ਮਾੜਿਆਂ ਦੇ ਉੱਤੇ ਜ਼ਾਹਰ ਕੀਤਾ ਜਾਂਦਾ ਹੈ। ਜਦੋਂ ਪਤਾ ਹੋਵੇ ਵੀ ਅੱਗੋਂ ਅਗਲਾ 30 ਮਾਰ ਖਾਨ ਹੈ, ਫਿਰ ਉਹੀ ਅਹੰਕਾਰ ਪਤਾ ਨਹੀਂ ਕਿੱਧਰ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਆਂ। ਸਾਰੀ ਜ਼ਿੰਦਗੀ ਬੋਲਦਾ ਹੀ ਰਹਿੰਦਾ ਹੈ, ਕਿਸੇ ਦੀ ਨਹੀਂ ਸੁਣਦਾ, ਘਰ 'ਚ ਵੀ ਨਹੀਂ ਸੁਣਦਾ, ਪਰੋਂ ਦੇ ਵਿੱਚ ਕਿਤੇ ਬੰਦਿਆਂ 'ਚ ਬੈਠਦਾ ਹੈ, ਨਹੀਂ ਕਿਸੇ ਦੀ ਸੁਣਦਾ, ਆਪਣੀ ਸੁਣਾਉਂਦਾ ਹੈ। ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਆਂ। ਨਾਨਕ ਵੇਖੈ ਆਪ, ਫੂਕ ਕੱਢੈ ਢਹਿ ਪਵੈ। ਜਦੋਂ ਉਹ ਵਹਿੰਦਾ ਹੈ, ਉਹ ਫਿਰ ਸਾਰਿਆਂ ਦੀ ਫੂਕ ਕੱਢ ਦਿੰਦਾ ਹੈ। ਤੇ ਮਨੁੱਖ ਦੀ ਔਕਾਤ ਕੀ ਹੈ? ਕੈਸਾ ਹੈ ਇਹ ਤਨ ਜਿਹਦਾ ਅਹੰਕਾਰ ਹੈ? ਕੋਈ ਬਾਤ ਹੁੰਦੀ ਹੈ, ਛਾਤੀ ਤੇ ਹੱਥ ਮਾਰਦਾ ਹੈ, ਮੈਂ ਬੈਠਾ, ਮੈਂ ਕੀਤਾ, ਮੈਂ ਕਰਾਂਗਾ, ਮੈਨੂੰ ਰੋਕੋ, ਮੈਂ ਕਿਹਾ, ਮੇਰਾ ਹੈ, ਮੈਂ ਨਹੀਂ ਦਿੰਦਾ। ਇਹ ਕੀ ਹੈ? ਅਹੰਕਾਰ ਹੈ। ਰਵਿਦਾਸ ਜੀ ਨੂੰ ਇਸ ਤਰ੍ਹਾਂ ਕਹਿੰਦੇ ਨੇ, ਇਹ ਤਨ ਐਸਾ, ਇਹ ਸਰੀਰ ਹੈ ਜਿਹੜਾ ਜਿਹਦਾ ਮਾਨ ਕਰਦਾ ਹੈ, ਜੈਸੇ ਘਾਸ ਕੀ ਟਾਟੀ, ਘਾਹ ਦਾ ਛੱਪਰ ਹੈ, और कुछ भी नहीं। जल गयो घास, रल गयो मट्टी। ये उदाहरण क्यों देती है? घाह की सुआह नहीं होंदी, ठोस लकड़ की सुआह होंदी है। असीं खेती करन वाले हाँ, बहुत बारी पारियां तो कड़िया होया घाह उन्होंने जो अग लाई दी है, उहदी सुआह नहीं होंदी। हवा का बुला आउंदा है, जिथे अग बाली हुंदी है उत्थे निशान ते रह जाता है, मिट्टी सड़ जाती है, पर घाह की सुआह नहीं हुंदी। इसे करके रविदास जी कहते, ये तन ऐसा जैसे घास की टाटी, ते जल गयो घास, रल गयो माटी। महावीर रणबीर सूर में तख्तां ताजां वाले मिट्टी दे विच मिट्टी हो गए, दिने नहीं लभदे पाड़े। एक विद्वान यानी मान सिंह चौर, उन्होंने एक दिन अपने लैक्चर दे विच गया, कहण लगे एक पैर तुसी राजे दे सिर ते रख दिओ ते दूसरा पैर महाराजे दे सिर ते रख दिओ। बात समझ दे विच नहीं आई। वो कहण लगे इस धरती दी कंड दे उत्ते पता नहीं किन्ने शाह सिकंदर सुते ने, आए ते चले गए, जन्म लिया ते खत्म हो गए। बाबा फरीद जी इस तरह कहते हैं, शेख हयाती जग ना कोई थिर रहा, जिस आसन हम बैठे
किते बैस गया। जिन्हें शरीर धारण किया एक दिन ये शरीर त्यागना है, ये पक्की बात है। फिर इसका गुमान कादा, ये शरीर नूं त्यागना है। कबीर जी कहते इस तन तन को क्या गरबैया, कादा अहंकार है। राम नाम काहे ना दरड़ैया, सोहने नैन सोहनी शक्ल सूरत सोहना शरीर मिट्टी दे विच मिट्टी हो जाएगा। इन्नी लोहनी देखदियां किती चल गई, बहुत चले गए। पता नहीं किन्ने मनुख पूरां दे पूर इस दुनिया ते आए ते चले गए। वड्डे वड्डे सूरमे चौधे बली अपने आप नूं खुदा होण दा दावा करन वाले इस संसार तो चले गए। सतगुरु कहते जो तन उपजिया संग ही सो भी संग ना होया। तू संसार च आया शरीर लैके, पर जदों जावेगा ये शरीर भी नाल नहीं जाएगा। नाल की जाएगा? कीते होए कर्म, कीती हुई बंदगी, जपया होया नाम तेरे नाल जाएगा। गुरु अर्जन देव सच्चे पातशाह बख्शिश करते हैं, कहते शरीर नाशवंत है। ये शरीर जिहदा अहंकार करदा है, तेरे तो पहला बड़े बड़े आए ते चले गए। पावन बाणी श्री दसम अंदर दसम पिता गुरु गोबिंद सिंह सच्चे पातशाह गरीब नवाज कहते एक शिव पए एक गए एक फिर पए, रामचंद्र कृष्ण के अवतार भी अनेक हैं। पता नहीं किन्ने शिव जी, किन्ने ब्रह्मे, कितने कृष्ण, कितने राम निरंकार ने बनाए ते ढाते। फिर बनाउंदा है, फिर ढा दिंदा है। सतगुरु कहंदे ब्रह्मा ओ विशन केते, वेद और पुराण केते, सिमरत समूहन के होए होए बताए हैं। ब्रह्मा विष्णु महेश वारी वारी संसार ते जन्म ले आए ते चले गए। क्योंकि जिन्हें जन्म लिया उन्हें एक ना एक दिन शरीर नूं त्यागना है। क्योंकि वो काल दे चक्कर विच है, समय दी बंदिश दे विच है ये जिहड़ा शरीर है। पर जिन्हें इस शरीर दिता है, गुरु अर्जन देव कहते वो अकाल है। सतगुरु कहते ने, कबीर जी कहते काल अकाल खसम का कीना, यह प्रपंच विधावन। ये जिहड़ा काल है ना, इनू अकाल ने पैदा किया है। वो अकाल जिहड़ा अविनाशी है, असीं उसे दे पुजारी हाँ, असीं उसे दी आराधना करते हाँ। सतगुरु कहते ना महाकाल काल का आराधी। तुच्छ बुद्धि अनुसार के मतलब कढ़ लेंदे ने, इहदा विश्राम गलत ला के मतलब गलत पढ़ लेंदे ने कि महाकाल काल का आराधी। गुरु गोबिंद सिंह महाराज ने देवी की आराधना की। बहुत लोगों का मनना है ये गलत है। महाकाल निरंकार, काल का आराधी। उस महाकाल दा, महाकाल काल की आराधना करने वाला, ये बात मैं क्लीयर कर जाऊँ। कोई कपड़े सिਉਂਦਾ है, वो दर्जी है। कोई भगती करता है,
वो भगत है। कोई मैकेनिकल का काम करता है, वो मिस्त्री है। जिहड़ा आराधना करता है वो आराधी है, जिहड़ा पाप करता है वो पापी है। इत्थे इस बात को समझना पवेगा, ये स्त्रीलिंग शब्द नहीं है, ये पुलिंग शब्द है और एक वचन है, बहुवचन नहीं है। महाकाल काल का आराधी जिह विद अनक तपस्या साधी, दसवां अंदर वचन है। साहब कहते ब्रह्मा ओ बिसन केते, वेद और पुराण केते, सिमरत समूहन के होए होए बताए हैं, सब चले गए। कहते मोन दी मदार केते, अंसा अवतार केते। फिर कहते अंसा अवतार केते, काल बस पए हैं। अंशा अवतार आए, मोनदी कुमार वर्गे असनी कुमार ब्रह्मा जी के पुत्र संसार ते जन्म लिया, सब चले गए। क्योंकि जिन्हें शरीर धारण किया उन्हें जाना है। पीर और पैगंबर केते, गणे ना परत एते। जिन्ने पीर पैगंबर सब चले गए। शेख हयाती जग ना कोई थिर रहा। इथों बाबे फरीद वर्गे, शमस तवरेज़ वर्गे, हज़रत मुहम्मद साहिब बहुती दूर क्यों जाइए। जोत रूप हर आप गुरु नानक कहायो। गुरु नानक साहब की जोत दसे स्वरूप शरीर लै करके आए और शरीर का त्याग किया। क्योंकि ये जिहड़ा शरीर है ये नाशवंत है। फिर साहब कहते पीर ओ पैगंबर केते, गणे ना परत एते। भूम ही ते होए कै, सब भूम में मिलाए हैं। धरती के उत्ते पैदा होए ते धरती के विच ही समा गए, समाप्त हो गए। जोगी जति ब्रह्मचारी, बड़े बड़े छत्रधारी। जोगी जति ब्रह्मचारी, बड़े बड़े छत्रधारी। छत्र ही की छाया कई कोस के चलत हैं। दुर्योधन का जिक्र है। 12 जोजन छत्र चले था, देही गिरजन खाई। वो भी चले गए। आप कले तन की बात कर रहे हैं। सतगुरु कहते जिसका तन, ये तन निरंकार दा है, उन्हें दिता है। फिर मान किस बात का। मनुख की फितरत देखो। जन्म माता पिता तो मिलिया, किसी ने दिता है जन्म। ये शरीर किसी की बख्शिश है। विद्या पढ़ाई किसी की बख्शिश है, गुरुजनों की बख्शिश है। नौकरी किसी की बख्शिश है। मनुख के पास हर एक चीज़ उन्होंने बाद च प्राप्त हुई है तो किसी ने दी है। अपना की है? अपना है अहंकार। गुरुजनों तो मिली हुई विद्या, जदों गुरुजन विद्या देंदे ने वो कदी नहीं कहते इहदा अहंकार करी। वो कहते निमरता चुके ये विद्या सबना नूं देवी, पर अहंकार आ गया उस विद्या का। गरीब नवाज सच्चे पातशाह बख्शिश करते हैं, कहते बड़े बड़े राजन के दाबत फिरत देश। बड़े बड़े राजन के द्रप को दलत हैं, मान से महीप और दिलीप जैसे छत्रधारी। बड़ो अभिमान पुज दंड को करत है। इस संसार के उत्ते जिन्हें जन्म लिया है उन्हें जाना है, तो जिन्हें जाना है उन्हें पता भी मैं चले ही जाना है, अज नहीं तो कल। जैसे रैन प्राहुणे उठ चल सह प्रभात। क्या तू रत्ता ग्रस्त स्यों सब फुल्लां की बागात। एक दिन चले ही जाना है। इस करके गुरु अर्जन देव
सच्चे पातशाह अलाणियां कहते हैं, फैसला देंदे ने, कहते जिसका तन मन धन सब तिसका। ये तन निरंकार दा है, तन भी तेरा मन भी तेरा, तू स्वामी ठाकुर प्रभ मेरा। ये तन ये धन पदार्थ मनुख दा मन उस निरंकार दी बख्शिश है, जिहड़ा सबना तो सियाणा है, सबना तो सुगड़ है, सबना तो सुजान है, सर्वव्यापक सर्वशक्तिमान है। और तिन ही सुनिया दुख सुख मेरा, तो विधि नीकी खटानी। साडे जी दी अरदास वही सुनदा है जिन्हें पैदा किया है। एक पिता अपने पुत्र की हर एक लोड़ नूं समझदा है, जानदा है ते उहनूं पूरियां भी करदा है, दूसरा नहीं करता। पिता दा प्यार पिता तो ही मिल सकता है, होर किसी तो नहीं। इस करके तिन ही सुनिया दुख सुख मेरा, तो विद नीकी खटानी। जदों निरंकार दे चरनां 'च असीं अरदास करते हैं तो जदों वो अरदास प्रवान करता है, मनुख दे मन की जिहड़ी हालत है वो चंगी हो जाती है, वो सुधर जाती है, मनुख दे मन नूं टिका जाता है। दुनियावी पदार्थ ऐश इशरत मनुख दे मन नूं टिका नहीं देंदे। मनुख दा मन टिकेगा तो गुरु दे शब्द नाल, गुरु रहमत करेगा, क्योंकि गुरु ते निरंकार एक सिक्के दे दो पासे ने। गुर परमेश्वर एको जान। आप वाहु वाहु बाणी निरंकार है, जिस जेवड़ अवर न होए। आप निरंकार की दरगाह अंदर अमृत वेले तो हाजरियां पा रहे हो। सतगुरु रहमत करन, सब की हाजरी प्रवान करन ते सबना नूं गुरबाणी के अनुसार जीवन की सोझी बख्शिश करन। सो भुल चुक की खिमा इतनी बेनती प्रवान। वाहिगुरू जी का खालसा, वाहिगुरू जी की